कंटिन्यू करते हैं जी। अगला प्रश्न है असर्शन। एक गल कही गई है ड्यूरिंग द reign of शाहजहां दारा शिकोह was sent on expedition to बल्ख बदाकशान एंड कंधार। भी दारा शिकोह अपनी फौजां लैके इधर अफगानिस्तान साइड गया, बल्ख गया, कंधार गया, बदाकशान गया जी। हुण गल आंदी है भी ये गया सी कि नहीं। हाँ जी गया सी जी, ये गल सही है। रीजन द एक्सपेडिशन सेंट बाय शाहजहां टू द मिडल ईस्ट वाज ए मार्वलस सक्सैस। ये बहुत ही वधिया एक्सपीडिशन सी, इन्हां दा मिशन बहुत वधिया रहा सी। थोड़ी बहुत भी तुसी मीडियवल हिस्ट्री पढ़ी आ तुहानूं पता होएगा नहीं, वो बहुत खराब मुहिम रही सी, कोई फायदा नहीं होया सी, नुकसान नहीं होया सी। ए सही है, आर गलत आ। आंसर है जी सी, ए इज ट्रू बट आर इज फॉल्स। अगला प्रश्न कंसिडर द फॉलोइंग स्टेटमेंट। स्टेटमेंट है जी अहादीस अहदीस अहदीस की है। अहदीस वर दोज ट्रूपर्स हु ਇਹ ਬੇਸਿਕਲੀ ਸੈਨਾ ਨੂੰ ਕਿਹਾ ਜਾਂਦਾ ਸੀ। ਮੁਗਲ ਕਾਲ ਦੇ ਸਮੇਂ ਸੈਨਾ ਹੁੰਦੀ ਸੀ ਜੀ ਅਹਿਦੀ। ਆਫਰ देयर ਸਰਵਿਸਿਜ਼ ਸਿੰਗਲ ਮਤਲਬ ਵੀ ਇਹਨਾਂ ਨੂੰ ਜਦੋਂ ਬੁਲਾਇਆ ਜਾਂਦਾ ਸੀ ਵੀ ਹਾਂ ਵੀ ਆਓ ਤੇ ਆਪਣੀ ਸੇਵਾ ਦਿਓ ਸਿੰਗਲੀ, ਉਸ ਵੇਲੇ ਆਉਂਦੇ ਸੀ ਇਹ। ਇਸ ਤਰ੍ਹਾਂ ਮੇਨ ਸੈਨਾ ਦਾ ਪਾਰਟ ਨਹੀਂ ਸੀ ਇਹ। did not attach themselves to any chief, ਇਹਨਾਂ ਦਾ ਕੋਈ ਚੀਫ ਨਹੀਂ ਸੀ ਹੁੰਦਾ, ਆਪਣੇ ਹਿਸਾਬ ਨਾਲ ਆਜ਼ਾਦ ਹੁੰਦੇ ਸੀ ਇਹ। had the emperor as their immediate colonel, ਮੇਨ ਬੌਸ ਕੌਣ ਹੁੰਦਾ ਸੀ? immediate ਬੌਸ emperor, ਜੋ ਇਹਨਾਂ ਨੂੰ ਕੰਟਰੋਲ ਕਰਦਾ ਸੀ। attached themselves to ਮਿਰਜ਼ਾ ਦੇ ਨਾਲ ਇਹ ਅਟੈਚ ਸੀ। ਇਹ ਗੱਲ ਨਹੀਂ ਹੈ ਜੀ, ਉਹ ਕਿਸੇ ਨਾਲ ਅਟੈਚ ਨਹੀਂ ਸੀ, ਆਪਣੇ ਆਪਣੇ ਏਰੀਏ ਵਿੱਚ ਕੀ ਆ ਉਹ ਇੰਡੀਪੈਂਡੈਂਟ ਸੀ, ਅਟੈਚ ਨਹੀਂ ਸੀ ਹੁੰਦੇ ਉਹ। ਆਂਸਰ ਹੈ ਜੀ ਪਹਿਲਾ, ਦੂਜਾ, ਤੀਜਾ। ਅਹਿਦੀ ਬੇਸਿਕਲੀ ਇੱਕ ਨਾ ਵਧੀਆ ਫੌਜ ਮੰਨੀ ਜਾਂਦੀ ਸੀ, ਰਾਜ ਘਰਾਣੇ ਵਿੱਚੋਂ ਹੀ ਇਹ ਫੌਜ ਹੁੰਦੀ ਸੀ ਜੀ। ਫੌਜ ਦੀ ਟੁਕੜੀ ਕਹਿ ਲਓ ਤਾਂ ਮੇਨ ਬੰਦਿਆਂ ਦੀ ਪ੍ਰੋਟੈਕਸ਼ਨ ਲਈ ਨਾ, ਰਾਜੇ ਦੇ ਨਾਲ ਰਾਜੇ ਦੀ ਹੋਰ ਮੇਨ ਬੰਦਿਆਂ ਦੀ ਪ੍ਰੋਟੈਕਸ਼ਨ ਲਈ ਇਹ ਹੁੰਦੀ ਸੀ। ਜਿਸ ਤਰ੍ਹਾਂ ਅੱਜ ਦੇ ਟਾਈਮ 'ਚ NSG ਆ, ਨੈਸ਼ਨਲ ਸਿਕਿਉਰਿਟੀ ਗਾਰਡ ਆ, ਕੁਛ ਇਸ ਤਰ੍ਹਾਂ ਦੀ ਹੀ ਫੌਜ ਹੁੰਦੀ ਸੀ। ਤੇ ਇਮੀਡੀਏਟ ਕੰਟਰੋਲ ਕਿਹਦੇ ਕੋਲ ਹੁੰਦਾ ਸੀ? ਰਾਜੇ ਕੋਲ। ਕਿਸੇ ਨਾਲ ਅਟੈਚ ਨਹੀਂ ਸੀ ਹੁੰਦੇ ਤੇ ਕਿਸੇ ਚੀਫ ਦੇ ਨਾਲ ਅਟੈਚ ਨਹੀਂ ਸੀ ਇਹ, ਤੇ ਸਿੰਗਲੀ ਇਹ ਸਰਵਿਸਿਜ਼ ਆਫਰ ਕਰਦੇ ਸੀ। ਥੋੜਾ ਪੜ੍ਹ ਲੈਂਦੇ ਹਾਂ। ਬਾਦਸ਼ਾਹ ਦੇ ਆਪਣੇ ਘਰ ਦੀਆਂ ਫੌਜਾਂ ਨੂੰ ਅਹਿਦੀ ਕਿਹਾ ਜਾਂਦਾ ਸੀ। ਉਹਦੇ ਆਪਣੇ ਘਰਾਣੇ ਤੋਂ, ਆਪਣੇ ਘਰਾਣੇ ਦੀਆਂ ਫੌਜਾਂ। ਉਹਨਾਂ ਨੂੰ ਸਿੱਧੇ ਤੌਰ ਤੇ ਮੁਗਲ ਬਾਦਸ਼ਾਹ ਦੁਆਰਾ ਭਰਤੀ ਕੀਤਾ ਗਿਆ ਸੀ। ਕੌਣ ਰਿਕਰੂਟ ਕਰਦਾ ਸੀ? ਖੁਦ ਬਾਦਸ਼ਾਹ। ਮੁੱਖ ਤੌਰ ਤੇ ਬਾਦਸ਼ਾਹ ਦੇ ਆਪਣੇ ਖੂਨ ਦੇ ਰਿਸ਼ਤੇਦਾਰਾਂ ਅਤੇ ਕਬੀਲਿਆਂ ਤੋਂ ਇਹਨਾਂ ਨੂੰ ਭਰਤੀ ਕੀਤਾ ਜਾਂਦਾ ਸੀ। ਜਿਹੜਾ ਬਾਦਸ਼ਾਹ ਦੇ ਬਲੱਡ ਰਿਲੇਸ਼ਨ 'ਚ ਆਉਂਦੇ ਸੀ ਬੰਦੇ ਤੇ ਬਾਦਸ਼ਾਹ ਦੇ ਹੀ ਆਪਣੇ ਕਬੀਲੇ ਨਾਲ ਸੰਬੰਧਿਤ ਹੁੰਦੇ ਸੀ ਬੰਦੇ, ਉਹਨਾਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ। ਉਹਨਾਂ ਨੂੰ ਆਮ ਘੋੜਸਵਾਰਾਂ ਨਾਲੋਂ ਵਧੀਆ ਤਨਖਾਹ ਦਿੱਤੀ ਜਾਂਦੀ ਸੀ। ਇਹ ਵੀ ਗੱਲ ਹੈ, ਤਨਖਾਹ ਵਗੈਰਾ ਉਹਨਾਂ ਨੂੰ ਵਧੀਆ ਦਿੱਤੀ ਜਾਂਦੀ ਸੀ। ਉਹ ਬਹੁਤ ਕੁਸ਼ਲ ਅਤੇ ਵਫਾਦਾਰ ਫੌਜੀ ਮੰਨੇ ਜਾਂਦੇ ਸਨ। ਉਹ ਕਹਿੰਦੇ ਵੀ ਰਾਜ ਘਰਾਣੇ ਦੇ ਆ ਤੇ ਇਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੁੰਦੀ ਸੀ, ਸਪੈਸ਼ਲ ਇਸ ਲਈ ਇਹਨਾਂ ਨੂੰ ਤਨਖਾਹ ਮਿਲਦੀ ਸੀ, ਵਫਾਦਾਰ ਮੰਨੇ ਜਾਂਦੇ ਸੀ ਅਤੇ ਉਹਨਾਂ ਨੂੰ ਉੱਚ ਤਨਖਾਹ ਦਿੱਤੀ ਜਾਂਦੀ ਸੀ। ਇਹ ਗੱਲ ਹੋ ਗਈ ਅਹਿਦੀ। ਅੱਗੇ ਹੈ ਜੀ ਕੰਸਿਡਰ ਦਾ ਫੋਲੋਇੰਗ। ਆਹ ਕੁਛ ਹੈ ਜੀ ਟਰਮੀਨੋਲੋਜੀਜ਼। ਤੁਗਲਕਾਬਾਦ ਫੋਰਟ, ਲੋਧੀ ਗਾਰਡਨ, ਕੁਤਬ ਮੀਨਾਰ, ਫਤਿਹਪੁਰ ਸਿਕਰੀ। ਆਪਾਂ ਦੇਖਣਾ ਜੀ ਕਰੈਕਟ ਕ੍ਰੋਨੋਲੋਜੀਕਲ ਆਰਡਰ ਇਨ ਵਿਚ ਦੇ ਆਰ ਬਿਲਟ। ਇਹ ਜਦੋਂ ਬਣਾਏ ਗਏ, ਧਿਆਨ ਨਾਲ ਦੇਖੀਏ, ਇਹ ਮੁਸਲਿਮ ਸ਼ਾਸਕਾਂ ਦੇ ਆਉਣ ਤੋਂ ਬਾਅਦ ਦੀਆਂ ਹੈ ਜੀ ਕੰਸਟਰਕਸ਼ਨਸ। ਤੁਗਲਕਾਬਾਦ ਫੋਰਟ, ਲੋਧੀ ਗਾਰਡਨ, ਕੁਤਬ ਮੀਨਾਰ, ਫਤਿਹਪੁਰ ਸਿਕਰੀ। ਤੁਸੀਂ ਥੋੜ੍ਹੀ ਹਿਸਟਰੀ ਪੜ੍ਹੀ ਹੈ, ਤੁਹਾਨੂੰ ਪਤਾ ਹੋਏਗਾ ਕਿ ਮੁਸਲਿਮਸ ਦੇ ਆਉਣ ਤੋਂ ਬਾਅਦ ਜਿਹੜੀ ਪਹਿਲੀ ਕੰਸਟਰਕਸ਼ਨਸ ਹੋਈ ਸੀ ਨਾ, ਉਹ ਸੀ ਜੀ ਕੁਤਬ ਉਲ ਇਸਲਾਮ ਮੌਸਕ। ਕੁਤਬ ਉਲ ਇਸਲਾਮ ਮੌਸਕ ਮਹਿਰੌਲੀ ਲਾਗੇ, ਕੁਤਬ ਮੀਨਾਰ ਦੇ ਲਾਗੇ, ਤੇ ਨਾਲ ਹੀ ਕੁਤਬ ਮੀਨਾਰ ਬਣੀ ਸੀ। ਇਹਦਾ ਮਤਲਬ ਤੀਜੀ ਹੋ ਗਈ ਇਹਨਾਂ 'ਚੋਂ ਸਭ ਤੋਂ ਪਹਿਲੀ, ਤੀਜੀ ਹੋ ਗਈ ਸਭ ਤੋਂ ਪਹਿਲੀ। ਇਹਦਾ ਮਤਲਬ ਆਹ ਚੱਕ ਦੋ, ਚੱਕਤੀਆਂ ਜੀ। ਹੁਣ ਤੀਜੀ ਤੋਂ ਬਾਅਦ ਪਹਿਲੀ ਆ ਤੇ ਤੀਜੀ ਤੋਂ ਬਾਅਦ ਪਹਿਲੀ ਆ, ਮਤਲਬ ਕੁਤਬ ਮੀਨਾਰ ਤੋਂ ਬਾਅਦ ਤੁਗਲਕਾਬਾਦ ਫੋਰਟ ਬਣਿਆ, ਮੰਨ ਲਿਆ ਜੀ। ਗੱਲ ਰਹਿ ਗਈ ਜੀ ਲੋਧੀ ਗਾਰਡਨ ਦੀ ਤੇ ਫਤਿਹਪੁਰ ਸਿਕਰੀ ਦੀ। ਹੁਣ ਸਾਨੂੰ ਪਤਾ ਕਿ ਲੋਧੀ ਜਿਹੜੀ ਦਿੱਲੀ ਸਲਤਨਤ ਸੀ ਨਾ, ਉਹਨਾਂ ਵਿੱਚ
ਤੁਹਾਡੇ ਲੋਧੀ, ਸੈयद ਆਪਣੇ ਲੋਧੀ। ਆਪ ਸਾਨੂੰ ਪਤਾ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਆਪਣੀ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਬਾਬਰ ਨੇ। ਇਹਦਾ ਮਤਲਬ ਦਿੱਲੀ ਸਲਤਨਤ ਵਿੱਚੋਂ ਆਖਰੀ ਰਾਜਾ ਕੌਣ ਹੋਇਆ? ਲੋਧੀ। ਤਾਂ ਉਹਨਾਂ ਨੇ ਲੋਧੀ ਗਾਰਡਨ ਬਣਾਇਆ। ਅੱਛਾ ਜੀ। ਤਾਂ ਉਸ ਤੋਂ ਬਾਅਦ ਜਿਹੜਾ ਫਤਿਹਪੁਰ ਸੀਕਰੀ ਸੀ ਨਾ, ਉਹ ਕਿਹਨੇ ਬਣਾਇਆ ਸੀ? ਅਕਬਰ ਨੇ। ਅਕਬਰ ਨੇ ਬਣਾਇਆ ਸੀ ਜੀ ਫਤਿਹਪੁਰ ਸੀਕਰੀ। ਇਹਦਾ ਮਤਲਬ ਚੌਥਾ ਬਾਅਦ ਚੋਂ ਹੋਇਆ, ਦੂਜਾ ਪਹਿਲਾਂ ਹੋਇਆ। ਠੀਕ ਹੈ ਜੀ, ਦੂਜਾ ਪਹਿਲਾਂ ਹੋਇਆ, ਚੌਥਾ ਬਾਅਦ ਚੋਂ ਹੋਇਆ। ਆਂਸਰ ਹੋ ਗਿਆ ਜੀ ਬੀ। ਇਸ ਤਰ੍ਹਾਂ ਤੁਸੀਂ ਨਾ ਅੰਦਾਜ਼ੇ ਨਾਲ ਚੱਕਣੇ ਆ। ਫਤਿਹਪੁਰ ਸੀਕਰੀ ਅਕਬਰ ਨੇ ਬਣਾਏ। ਆ ਬਾਕੀ ਤਿੰਨ ਕੀ ਆ? ਦਿੱਲੀ ਸਲਤਨਤ ਦੀ ਗੱਲ ਹੋ ਰਹੀ ਆ, ਤੇ ਫਤਿਹਪੁਰ ਸੀਕਰੀ ਸਭ ਤੋਂ ਲਾਸਟ 'ਚ ਆਏਗਾ। ਠੀਕ ਹੈ ਜੀ। ਅੱਗੇ ਦੇਖੋ ਜੀ, ਮੈਚ ਲਿਸਟ 1 with list 2 and select the correct answer using the codes given below the list। ਆਪਾਂ ਕਰੈਕਟ ਆਂਸਰ ਚੱਕਣਾ ਜੀ। ਆ ਲਿਸਟ 1 ਆ, ਆ ਲਿਸਟ 2 ਆ, ਇਹਨਾਂ 'ਚ ਆਪਾਂ ਆਂਸਰ ਚੱਕਣਾ ਆ। ਦੇਖੋ ਜੀ, 1556, 1600, 1686, 1739। ਬੈਟਲ ਆਫ ਹਲਦੀ ਘਾਟੀ। ਦੇਖੋ ਹਲਦੀ ਘਾਟੀ ਤੁਹਾਨੂੰ ਪਤਾ ਨਹੀਂ ਕਦੋਂ ਲੜੀ ਗਈ, ਪਰ ਤੁਹਾਨੂੰ ਇੰਨਾ ਪਤਾ ਵੀ ਇਹ ਅਕਬਰ ਦੇ ਇੱਕ ਸਿਪਾਹ ਸਲਾਰ ਸੀ ਮਾਨ ਸਿੰਘ, ਮਤਲਬ ਅਕਬਰ ਦੀਆਂ ਫੌਜਾਂ ਤੇ ਮਹਾਰਾਣਾ ਪ੍ਰਤਾਪ। ਇਹਦਾ ਮਤਲਬ ਇਹ ਅਕਬਰ ਦੇ ਟਾਈਮ ਦੀ ਗੱਲ ਹੋ ਰਹੀ ਆ। ਠੀਕ ਹੈ ਜੀ। ਨਾਦਰ ਸ਼ਾਹ ਨੇ ਦਿੱਲੀ ਨੂੰ ਕਬਜ਼ਾ ਕੀਤਾ। ਨਾਦਰ ਸ਼ਾਹ, ਇਹ ਸਾਨੂੰ ਪਤਾ ਕਿ ਨਾਦਰ ਸ਼ਾਹ ਪਹਿਲਾਂ ਆਇਆ ਸੀ, ਫਿਰ ਅਹਿਮਦ ਸ਼ਾਹ ਅਬਦਾਲੀ ਆਇਆ ਸੀ। ਇਹਨਾਂ ਨੇ ਪੰਜਾਬ ਨੂੰ ਨਾਦਰ ਸ਼ਾਹ ਨੇ ਤਾਂ ਦਿੱਲੀ ਨੂੰ ਪੂਰਾ ਤਹਿਸ ਨਹਿਸ ਕਰ ਦਿੱਤਾ ਸੀ। ਤੇ ਇਹ ਗੱਲਾਂ ਹੋ ਰਹੀਆਂ ਜੀ ਤੁਹਾਡੀਆਂ 18ਵੀਂ ਸ਼ਤਾਬਦੀ ਦੀਆਂ। 1746-47 ਦੇ ਕਰੀਬ ਸਿੱਖਾਂ ਵਿਰੁੱਧ ਵੱਡਾ ਘੱਲੂਘਾਰਾ ਹੋਇਆ ਸੀ, ਤੇ ਪੂਰੇ 18ਵੀਂ ਸ਼ਤਾਬਦੀ ਦੀ ਗੱਲਾਂ ਹੋਈਆਂ। ਇਹਦਾ ਮਤਲਬ ਉਸ ਤੋਂ ਥੋੜ੍ਹਾ ਪਹਿਲਾਂ ਦੀ ਗੱਲ ਆ ਜੀ। ਨਾਦਰ ਸ਼ਾਹ ਲੁੱਟ ਕੇ ਲੈ ਕੇ ਗਿਆ ਸੀ ਦਿੱਲੀ ਨੂੰ, ਤੇ ਇਹ 18ਵੀਂ ਸ਼ਤਾਬਦੀ ਦੀ ਗੱਲ ਹੋ ਗਈ। ਠੀਕ ਹੈ ਜੀ। ਤਾਂ 18ਵੀਂ ਸ਼ਤਾਬਦੀ ਵਿੱਚ ਕਿਹੜਾ ਆਉਂਦਾ ਆ? ਦੇਖੋ ਇੱਥੋਂ ਦੇਖ ਲਓ, ਆ 1739 ਆਉਂਦਾ। ਇਹਦਾ ਮਤਲਬ ਇਹਦਾ ਆਂਸਰ ਆ ਹੋਏਗਾ, ਦੂਜਾ। ਚਲੋ ਜੇ ਤੁਹਾਨੂੰ ਨਹੀਂ ਵੀ ਆਉਂਦਾ ਕੋਈ ਗੱਲ ਨਹੀਂ, ਹੋਰ ਪੜ੍ਹਦੇ ਹਾਂ ਜੀ। ਡੈਥ ਆਫ ਸ਼ਿਵਾਜੀ, ਚਲੋ ਕੋਈ ਗੱਲ ਨਹੀਂ। ਗ੍ਰਾਂਟ ਆਫ ਚਾਰਟਰ ਟੂ ਈਸਟ ਇੰਡੀਆ ਕੰਪਨੀ, ਆ ਇੰਪੋਰਟੈਂਟ ਆ। ਇਹ ਤੁਹਾਨੂੰ ਪਤਾ ਕਿ 1600 ਈਸਵੀ ਵਿੱਚ ਇਹਨਾਂ ਨੂੰ ਫਰਮਾਨ ਮਿਲ ਗਿਆ ਸੀ, ਇਹਨਾਂ ਨੂੰ ਉਹ ਮਿਲ ਗਈ ਸੀ ਪਰਮਿਸ਼ਨ ਕਿ ਤੁਸੀਂ ਬਿਜ਼ਨਸ ਕਰੋ, ਵਪਾਰ ਕਰੋ, ਟ੍ਰੇਡ ਕਰੋ। ਈਸਟ ਇੰਡੀਆ ਕੰਪਨੀ ਬਣੀ ਸੀ 1599, ਤਾਂ 1600 ਈਸਵੀ ਨੂੰ ਇਹਨੂੰ ਗ੍ਰਾਂਟ ਆਫ ਚਾਰਟਰ ਮਿਲ ਗਿਆ ਸੀ। ਇਹ ਗੱਲ 1600, ਕਿਉਂਕਿ 1600 ਇੱਕ ਸੰਨ ਯਾਦ ਰੱਖਣ ਲਈ ਸੌਖਾ ਆ, ਤੇ ਇਹ ਅੰਦਾਜ਼ੇ ਨਾਲ ਅਸੀਂ ਇਹਨੂੰ ਚੱਕ ਸਕਦੇ ਹਾਂ ਜੀ। ਬੀ ਦਾ ਹੋ ਗਿਆ ਚੌਥਾ। ਹੁਣ ਦੇਖੋ ਬੀ ਦਾ ਚੌਥਾ ਕਿੱਥੇ ਆ? ਆ ਪਹਿਲੇ ਦੋ ਆ ਜੀ, ਪਹਿਲੇ ਦੋ। ਆ ਹੁਣ ਸੀ ਤੇ ਡੀ ਨੂੰ ਚੱਕ ਦਿਓ ਤੁਸੀਂ, ਸੀ ਤੇ ਡੀ ਨੂੰ ਚੱਕ ਦਿਓ। ਹੁਣ ਦੇਖੋ ਜੀ, ਅਸੀਂ ਇੱਕ ਡੀ ਵੀ ਚੱਕਿਆ ਆ, ਡੀ ਵੀ ਦੇਖਿਆ, ਡੀ ਦਾ ਆਂਸਰ ਦੂਸਰਾ ਆ, ਤਾਂ ਡੀ ਦਾ ਆਂਸਰ ਦੂਸਰਾ। ਇਹਨਾਂ ਵਿੱਚੋਂ ਕਿਹੜਾ ਆ? ਬੀ। ਠੀਕ ਹੈ ਨਾ। ਤਾਂ ਆਂਸਰ ਹੋ ਗਿਆ ਜੀ ਬੀ। ਬੀ। ਜੇ ਸਾਨੂੰ ਨਹੀਂ ਵੀ ਪਤਾ, ਥੋੜ੍ਹਾ ਹੋਰ ਦੇਖ ਲੈਂਦੇ ਜੀ। ਹਲਦੀ ਘਾਟੀ ਦੀ ਲੜਾਈ ਅਕਬਰ ਦੇ ਟਾਈਮ। ਠੀਕ ਹੈ ਜੀ। ਅਕਬਰਸ ਐਕਸੈਸ਼ਨ ਆਫ ਅਕਬਰ, ਮਤਲਬ ਅਕਬਰ ਨੇ ਗੱਦੀ ਪ੍ਰਾਪਤ ਕੀਤੀ। ਤੁਸੀਂ ਦੇਖੋ 1526 'ਚ ਪਹਿਲੀ ਪਾਣੀਪਤ ਦੀ ਲੜਾਈ ਹੋਈ ਸੀ, ਫਿਰ 5-10 ਸਾਲ ਰਾਜ ਕੀਤਾ ਹੋਏਗਾ ਬਾਬਰ ਨੇ, ਫਿਰ 5-10 ਸਾਲ ਰਾਜ ਕੀਤਾ ਹੋਏਗਾ ਹੁਮਾਯੂੰ ਨੇ, ਤਾਂ ਫਿਰ ਅਕਬਰ ਆ ਗਿਆ ਹੋਏਗਾ। ਇਹਦਾ ਮਤਲਬ ਪੰਜਵਾਂ ਪਹਿਲਾਂ ਆਉਂਦਾ ਆ। ਠੀਕ, ਇਹ 1556 ਦੇ ਕਰੀਬ ਗੱਲ ਹੋ ਗਈ ਨਾ ਇਹ। ਤੇ ਪਰ ਐਗਜ਼ੈਕਟ ਸਾਨੂੰ ਪਤਾ ਨਹੀਂ। ਇੱਥੇ ਦੇਖੋ ਧਿਆਨ ਨਾਲ ਦੇਖੋ, ਇੱਥੇ 4 ਆ ਤੇ ਇੱਥੇ 5 ਆ। ਤੇ 1686 ਸੀ ਦਾ ਦੇਖੋ ਫਿਰ ਕੀ ਬਣਦਾ ਇਹ ਹਿਸਾਬ ਨਾਲ। ਹੁਣ ਆਪਾਂ ਚੈੱਕ ਕਰਦੇ ਹਾਂ। ਸੀ ਦਾ ਤੀਜਾ, ਸੀ ਦਾ ਤੀਜਾ, ਇਹ ਗੱਲ ਸਹੀ ਆ, ਕਿਉਂਕਿ ਇਹ ਟਾਈਮ ਹੈਗਾ ਆ ਤੁਹਾਡਾ ਔਰੰਗਜ਼ੇਬ ਦਾ, ਤੇ ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਈ ਸੀ ਸ਼ਿਵਾਜੀ ਦੀ। ਸ਼ਿਵਾਜੀ ਉਮਰ ਤੋਂ ਵੱਡੇ ਸੀ ਔਰੰਗਜ਼ੇਬ ਨਾਲੋਂ, ਤੇ ਇਹ ਗੱਲ ਵੀ ਸਹੀ ਆ। ਬੀ ਦਾ ਚੌਥਾ ਹੋ ਗਿਆ, ਏ ਦਾ ਪੰਜਵਾਂ। ਇਹ ਹੈ ਜੀ 1556, 1556 ਦਾ ਪੰਜਵਾਂ। ਆਹ ਦੇਖੋ, ਅਕਬਰ ਆਪਣਾ ਗੱਦੀ ਤੇ ਬੈਠਾ ਸੀ। ਠੀਕ, ਤੇ 1556 ਦਾ 1556 ਹੋ ਗਿਆ ਪੰਜਵਾਂ। ਅਕਬਰ ਗੱਦੀ ਤੇ ਕਦੋਂ ਬੈਠਾ ਹੋਏਗਾ? 1556 ਦੇ ਕਰੀਬ। ਦੇਖੋ ਨਾ, 1526 ਨੂੰ ਪਾਣੀਪਤ ਦੀ ਲੜਾਈ ਹੋਈ, ਫਿਰ 10 ਕੁ ਸਾਲ
5-6 ਸਾਲ ਉਹਨੇ ਕੀਤਾ ਬਾਬਰ ਨੇ ਰਾਜ, ਫਿਰ 5 ਸਾਲ ਉਹਨੇ ਕੀਤਾ, 5-10 ਸਾਲ 10 ਕੁ ਸਾਲ ਆਪਣੇ ਕਹਿੰਦੇ ਹੁਮਾਯੂੰ ਨੇ, ਤੇ 1556 ਦੇ ਕਰੀਬ ਹੀ ਬਣਦਾ ਆ। ਪਰ ਆਪਾਂ ਨੂੰ 2 ਕੁ ਪਤਾ ਨਾ ਤਾਂ ਵੀ ਆਂਸਰ ਨਿਕਲ ਜਾਂਦਾ ਸੀ, 2 ਕੁ ਵੀ ਪਤਾ ਨਾ ਤਾਂ ਵੀ ਆਂਸਰ ਨਿਕਲ ਜਾਂਦਾ ਆ। ਆਪਾਂ ਦੇਖ ਲਈਏ ਫਿਰ ਰਿਵੀਜ਼ਨ ਕਰੀਏ। 1600 ਬਣੀ ਸੀ ਤੁਹਾਡੀ ਈਸਟ ਇੰਡੀਆ ਕੰਪਨੀ ਨੂੰ ਚਾਰਟਰ ਮਿਲ ਗਿਆ ਸੀ, 1599 ਬਣੀ, 1600 ਨੂੰ ਚਾਰਟਰ ਮਿਲ ਗਿਆ। ਇਹ ਬੀ ਦਾ ਹੋ ਗਿਆ ਚੌਥਾ, ਬੀ ਦਾ ਹੋ ਗਿਆ ਚੌਥਾ, ਤੇ ਆਹ ਆਪਾਂ 2 ਚੱਕਤੇ ਸੀ, ਠੀਕ ਹੈ ਜੀ। ਤਾਂ ਇਹਨਾਂ ਦੋਵਾਂ 'ਚ ਇੱਕ ਆਂਸਰ ਸੀ। ਫਿਰ ਆਪਾਂ ਆਹ ਵਾਲੀ ਗੱਲ ਦੇਖੀ ਕਿ 1739 18ਵੀਂ ਸ਼ਤਾਬਦੀ ਵਿੱਚ ਇੱਕ ਹੀ ਹੈ ਜੀ ਸਨ ਦਿੱਤਾ ਹੋਇਆ, ਉਹ ਹੈ ਜੀ ਤੁਹਾਡਾ ਨਾਦਰ ਸ਼ਾਹ ਨੇ ਦਿੱਲੀ ਲੁੱਟੀ, ਡੀ ਦਾ ਦੂਜਾ, ਡੀ ਦਾ ਦੂਜਾ ਆਂਸਰ ਹੈ ਜੀ ਬੀ। ਬਾਕੀ ਤੁਸੀਂ ਫੈਕਟ ਦੇਖ ਵੀ ਲੈਣੇ ਵੀ ਹਲਦੀ ਘਾਟੀ ਦੀ ਲੜਾਈ ਕਦੋਂ ਹੋਈ ਸੀ, ਨਾਦਰ ਸ਼ਾਹ ਵਾਲਾ ਹਮਲਾ, ਸ਼ਿਵਾਜੀ ਦੀ ਡੈਥ ਹੈ ਨਾ 1686। ਮੇਨ ਗੱਲਾਂ ਤੁਹਾਨੂੰ ਯਾਦ ਹੋਣੀ ਚਾਹੀਦੀਆਂ। ਅੱਗੇ ਦੇਖਦੇ ਜੀ, ਹਲਦੀ ਘਾਟੀ ਦੀ ਲੜਾਈ 21 ਜੂਨ 1576 ਨੂੰ ਰਾਜਸਥਾਨ ਵਿੱਚ ਹਲਦੀ ਘਾਟੀ ਵਿਖੇ ਮੁਗਲ ਸਾਮਰਾਜ ਅਤੇ ਮੇਵਾੜ ਦੀਆਂ ਫੌਜਾਂ ਵਿਚਕਾਰ ਲੜੀ ਗਈ ਸੀ। ਇਹ ਮੁਗਲ ਬਾਦਸ਼ਾਹ ਜਲਾਲੂਦੀਨ ਮੁਹੰਮਦ ਅਕਬਰ ਦੇ ਜਨਰਲ ਰਾਜਾ ਮਾਨ ਸਿੰਘ, ਇਹ ਇੰਪੋਰਟੈਂਟ ਹੈ ਜੀ, ਆਪਣੇ ਅਕਬਰ ਵੱਲੋਂ ਕੌਣ ਸੀ, ਮੁਗਲਾਂ ਵੱਲੋਂ ਕੌਣ ਲੜ ਰਿਹਾ ਸੀ, ਰਾਜਾ ਮਾਨ ਸਿੰਘ, ਉਸ ਦੀ ਮੇਵਾੜ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਵਿਰੁੱਧ ਇੱਕ ਨਿਰਣਾਇਕ ਜਿੱਤ ਸੀ। ਮਹਾਰਾਣਾ ਪ੍ਰਤਾਪ ਕੌਣ ਸੀ, ਮੇਵਾੜ ਦਾ ਰਾਜਾ, ਠੀਕ। ਅਕਬਰ ਦੀ ਉਮਰ 14 ਸਾਲ ਦੀ ਸੀ ਜਦੋਂ 1556 ਵਿੱਚ ਕਲਾਨੌਰ ਵਿਖੇ ਉਸਦੀ ਤਾਜਪੋਸ਼ੀ ਹੋਈ ਸੀ। ਇਹ ਵੀ ਇੰਟਰਸਟਿੰਗ ਪੁਆਇੰਟ ਹੈ। ਕਲਾਨੌਰ ਕਿੱਥੇ ਆ ਜੀ, ਕਲਾਨੌਰ ਪੰਜਾਬ ਵਿੱਚ ਆ, ਕਲਾਨੌਰ ਪੰਜਾਬ ਵਿੱਚ ਆ, ਗੁਰਦਾਸਪੁਰ ਸਾਈਡ, ਗੁਰਦਾਸਪੁਰ ਜ਼ਿਲ੍ਹਾ। ਅੱਗੇ ਦੇਖਦੇ ਜੀ, ਇਨ ਦਾ ਗਿਵਨ ਮੈਪ, ਆ ਇੱਕ ਨਕਸ਼ਾ ਦਿੱਤਾ ਹੋਇਆ ਜੀ। ਦਾ ਸ਼ੇਡਡ ਪਾਰਟ ਰਿਪਰੈਜ਼ੈਂਟਸ ਅਕਬਰਸ ਅੰਪਾਇਰ ਐਟ ਏ ਸਰਟਨ ਜੰਕਚਰ। ਆ ਸ਼ੇਡਡ ਪਾਰਟ ਹਨ ਜਿਹੜਾ ਸਾਰਾ, ਇਹ ਅਕਬਰ ਦਾ ਸਾਮਰਾਜ ਹੈ ਜੀ। ਅੱਛਾ, A stands for an independent country and B marks the city, the site of city, ਠੀਕ ਹੈ ਜੀ। ਆ ਕੀ ਆ, ਇੰਡੀਪੈਂਡੈਂਟ ਕੰਟਰੀ ਆ। ਆ ਇੱਕ B ਕੀ ਆ, ਇੱਕ ਸ਼ਹਿਰ ਦਾ ਹੈ ਜੀ ਮਾਰਕ। ਵਿਚ ਵਨ ਆਫ ਦਾ ਫੋਲੋਇੰਗ alternatives gives all correct information, ਦੱਸੋ ਜੀ ਕਰੈਕਟ ਕਿਹੜਾ। ਇਹ ਕਹਿੰਦਾ ਕਿ ਇਹ ਹੈ ਜਿਹੜੀ ਚੀਜ਼ ਆ ਨਾ, ਅਕਬਰ ਇਨ 1557 ਗੋਲਕੁੰਡਾ, ਇਹ ਹੈ ਜੀ ਗੋਕੁੰਡਾ ਤੇ ਬੀ ਹੈ ਜੀ ਲਾਹੌਰ। ਹੋ ਸਕਦਾ ਇੱਥੇ ਕਿ ਲਾਹੌਰ ਆ, ਕੋਈ ਕਹਿੰਦਾ ਜੀ 1557 ਆ, ਇਹ ਹੈ ਜੀ ਖੰਦੇਸ਼, ਠੀਕ, ਤੇ ਬੀ ਹੈ ਮੁਲਤਾਨ, ਇਹ ਵੀ ਹੋ ਸਕਦਾ ਖੰਦੇਸ਼। ਕੋਈ ਕਹਿੰਦਾ ਜੀ ਇਹ ਹੈ ਗੋਂਡਵਾਨਾ ਤੇ ਬੀ ਹੈ ਮੁਲਤਾਨ, ਇਹ ਵੀ ਹੋ ਸਕਦਾ। ਕੋਈ ਕਹਿੰਦਾ ਜੀ ਅਕਬਰ 1605 ਦੀ ਗੱਲ ਹੋ ਰਹੀ ਹੈ, ਇਹ ਹੈ ਗੋਂਡਵਾਨਾ ਤੇ ਬੀ ਹੈ ਲਾਹੌਰ, ਠੀਕ। ਦੇਖੋ ਧਿਆਨ ਨਾਲ ਦੇਖੀਏ, ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਖੰਦੇਸ਼ ਰੀਜਨ ਆ ਹੁੰਦਾ ਜੀ, ਆ ਸੀ ਖੰਦੇਸ਼ ਰੀਜਨ, ਇਹਦਾ ਮਤਲਬ ਬੀ ਤਾਂ ਚੱਕ ਦੋ। ਤੇ ਮੁਲਤਾਨ ਹੋ ਸਕਦਾ ਲਾਹੌਰ। ਬੇਸਿਕਲੀ ਆ ਦੇਖੋ ਧਿਆਨ ਨਾਲ, ਅੱਜ ਦੇ ਅਜੋਕੇ ਟਾਈਮ ਵਿੱਚ ਲਾਹੌਰ ਆ, ਲਾਹੌਰ ਆ। ਤੇ ਗੋਂਡਵਾਨਾ ਆ, ਇਹ ਗੋਂਡਵਾਨਾ ਹੋ ਸਕਦਾ, ਸਾਨੂੰ ਥੋੜਾ ਕਨਫਿਊਜ਼ਨ ਆ, ਠੀਕ। ਤੇ ਦੇਖਦੇ ਜੀ, ਪਹਿਲਾਂ ਆਨਸਰ ਦੇਖ ਲੈਂਦੇ ਆ, ਡੀ। ਦੇਖਣ ਆਪਾਂ ਸਹੀ ਜਾ ਰਹੇ ਸੀ। The shaded part represents Akbar's territory at the time of his death। ਜਦੋਂ ਅਕਬਰ ਦੀ ਡੈਥ ਹੋਣ ਵਾਲੀ ਸੀ ਉਸ ਵੇਲੇ ਮੁਗਲ ਸਾਮਰਾਜ ਕਿੰਨਾ ਸੀ ਉਹ ਦੱਸਿਆ ਗਿਆ ਜੀ ਇਹਦੇ ਵਿੱਚ। 1605 ਦੇ ਕਰੀਬ ਦੀ ਗੱਲ ਆ। ਸਨ ਭਾਵੇਂ ਸਾਨੂੰ ਨਾਮ ਵੀ ਯਾਦ ਹੋਵੇ, ਅਸੀਂ ਜਗ੍ਹਾਵਾਂ ਦੇ ਨਾਮ ਤੋਂ ਆਨਸਰ ਕੱਢ ਸਕਦੇ ਸੀ। ਇਹ ਹੈ ਜੀ ਗੋਂਡਵਾਨਾ ਤੇ ਬੀ ਹੈ ਲਾਹੌਰ। ਦੇਖ ਲਓ ਜੀ, ਬੀ ਲਾਹੌਰ ਆਪਾਂ ਸਹੀ ਚੱਕ ਲਿਆ ਸੀ, ਮਤਲਬ ਏ ਤੇ ਡੀ 'ਚ ਆਨਸਰ ਆ, ਤੇ ਇਹ ਗੋਂਡਵਾਨਾ ਹੈ ਜੀ, ਇਹ ਆਨਸਰ ਹੋ ਗਿਆ ਜੀ ਡੀ। ਅੱਗੇ ਦੇਖਦੇ ਹਾਂ। The first writer to use Urdu as the medium of poetic expression। ਉਹ ਕਿਹੜਾ ਲੇਖਕ ਸੀ ਜਿਹਨੇ ਪਹਿਲੀ ਵਾਰ ਆਪਣੀ ਕਵਿਤਾ ਲਿਖਣ ਲਈ ਉਰਦੂ ਭਾਸ਼ਾ ਦਾ ਯੂਜ਼ ਕੀਤਾ ਸੀ, ਉਰਦੂ ਭਾਸ਼ਾ ਨੂੰ ਵਰਤਿਆ ਸੀ। ਮਿਰਜ਼ਾ ਗਾਲਿਬ, ਬਹਾਦੁਰ ਸ਼ਾਹ ਜ਼ਫਰ, ਫੈਜ਼। ਦੇਖੋ ਹੁਣ ਸਾਨੂੰ ਨਾ ਥੋੜ੍ਹਾ ਪਤਾ ਹੋਣਾ ਚਾਹੀਦਾ, ਜਿਹੜਾ ਮਿਰਜ਼ਾ ਗਾਲਿਬ ਸੀ ਨਾ ਉਹ ਬਾਅਦ ਦੀ ਗੱਲਾਂ ਹੋ ਰਹੀਆਂ ਆ, ਮੁਗਲ ਕਾਲ ਦੇ ਐਂਡ ਦੀਆਂ ਗੱਲਾਂ ਹੋ ਰਹੀਆਂ ਆ। ਬਹਾਦੁਰ ਸ਼ਾਹ ਜ਼ਫਰ ਆਖਰੀ ਮੁਗਲ ਬਾਦਸ਼ਾਹ। ਫੈਜ਼ ਵੀ ਮਾਡਰਨ ਪੋਇਟ ਆ, ਫੈਜ਼ ਅਹਿਮਦ ਫੈਜ਼, ਮਤਲਬ ਕਾਫੀ ਸਮੇਂ ਬਾਅਦ ਇਹ ਹੋਏ ਆ। ਅਮੀਰ ਖੁਸਰੋ ਪਹਿਲਾਂ ਹੋਏ ਆ, ਅਮੀਰ ਖੁਸਰੋ 13ਵੀਂ 14ਵੀਂ ਸ਼ਤਾਬਦੀ ਦੀਆਂ ਗੱਲਾਂ ਆ ਇਹ,
12ਵੀਂ 13ਵੀਂ शताब्दी ਦੀਆਂ ਗੱਲਾਂ। अमीर खुसरो जिन्होंने उर्दू में पहली बार शायरी लिखी। अमीर खुसरो 1253 तो 1325 मतलब 13ਵੀਂ 14ਵੀਂ शताब्दी की गल्लां आ। एक फारसी कवि सी, दिल्ली सल्तनत के शासकों नाल संबंधित सी। उसमें दिल्ली सल्तनत का रूल सी। उसने अरबी फारसी विच कविता की रचना की अते काव्य प्रगटावे के माध्यम वजों उर्दू की वरतों करने वाले वो पहले लेखक सन। ठीक है जी, दिल्ली सल्तनत के शासकों नाल संबंधित सी। अगे देखो, टू विच लोधी सुल्तान, किसी लोधी सुल्तान की गल हो रही है। तुहानू पता कि दिल्ली ते राज किया, दिल्ली सल्तनत दे उत्ते सुल्ताना ने राज किया, ते उन्हां विचों आखिर वाला सीगा कौन? तुहाडा लोधी। लोधी सी ना, लोधी वंश ने राज किया। पहला गुलाम वंश ने राज किया, अल्ततमश वगैरह ने। तो आ देखते हैं जी, लोधी सुल्तान की गल हो रही है। कहना आ मैप दिता आ। ठीक है जी, द गिवन मैप रिलेट एंड वट टाउन डज द साइट मार्क्ड ए रिप्रजेंट। आ जरा ए आ इत्थे ए दे केड़ा शहर आ, केड़ा शहर आ। देखो जी, बहलोल लोधी, सिकंदर लोधी, इब्राहिम लोधी, इब्राहिम लोधी। हुण सानू पता नहीं केड़ा लोधी सी। शहरां दे नाम पढ़ के देख लैंदे जी, जौनपुर अलीगढ़, जौनपुर अलीगढ़। हुण सानू पता अलीगढ़ तां इत्थे का वैसटर्न यूपी च, तां ईस्टर्न यूपी च है जी जौनपुर। इत्थे जौनपुर आ, ਇਹਦਾ मतलब शहर तो हो गया जी जौनपुर। आ अलीगढ़ ते अलीगढ़ ਚੱਕ दो, इन्हां दोवां चों एक आंसर आ, बहलोल लोधी या इब्राहिम लोधी। सानू नहीं पता, मैं हुंदा मैं ये तुक्का ला के आ जाना सीगा, दोवां चों पहले वाला तुक्का ला देना सी मैं। हुण थोड़ा पढ़ लैंदे आ फैक्चुअल। ये बेसिकली बहलोल लोधी सी जिसने जौनपुर दे राजे हुसैन शाह शर्की नूं हराया सी 1479 विच। ठीक है जी, अगे आ एक असर्शन दिती है जी, ड्यूरिंग द टाइम ऑफ अकबर, अकबर के समय की गल हो रही है। फॉर एवरी 10 कैवलरी मैन, जे 10 ताड़े सीगे सैनिक, पैदल सैनिक सी, द मनसबदार हैड टू मेनटेन 20 हॉर्सेस। जे किसी मनसबदार कोल 10 पैदल सैनिक सन तां उन्होंने ਉਹ ਤੋਂ दुगने 20 घोड़सवार मेनटेन ਜਾਂ घोड़सवार अपने को रखने पैंदे सी। इस तरह का कोई डाटा नहीं है। डाटा वगैरह जो दिता जाता है अमूमन इन्ना सही नहीं होंदा, ते इस तरह की गल है भी नहीं कोई। इसका मतलब पहला हो गया गलत। रीजन देख लैंदे आ, हॉर्सेस हैड टू बी रेस्टेड वाइल ऑन मार्च। ਜਦੋਂ ਉਹ ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਸੀ ਸੈਨਾ ਲੈ ਕੇ, ਤਾਂ ਵਿੱਚ ਵਿੱਚ ਘੋੜਿਆਂ ਨੂੰ ਰੈਸਟ ਦਵਾਉਂਦੇ ਸੀ, ਆਰਾਮ ਦਵਾਉਂਦੇ ਸੀ। सही है जी। एंड रीप्लेसमेंट्स वर नसैसरी इन टाइम्स ऑफ वार। जो युद्ध लग गया उस नाल रीप्लेसमेंट की जाती सी। अज आ टुकड़ी लड़ेगी, अगले दिन दूसरी टुकड़ी लड़ेगी, कुछ इस हिसाब नाल। ये गल सही है, ये जनरल जी गल आ, रीजन सही है। ये गलत, आर सही, एक फाल्स ते आर ट्रू। डी आंसर है जी। अगला देख लो, वन कंसिस्टेंट फीचर फाउंड इन द हिस्टरी ऑफ साउदर्न इंडिया, दक्षिण भारत की गल हो रही है, वाज द ग्रोथ ऑफ स्मॉल रीजनल किंगडम्स। उत्थे छोटे छोटे खेतरी राज स्थापित हो रहे सी। काफ़ी एक एरिए च किसी का राज, दूसरे एरिए च किसी का राज, छोटे छोटे एरिए के हिसाब नाल काफ़ी राज स्थापित होए। एशियन हिस्टरी की गल हो रही है, एशियन कह लो, मिडिवल की गल हो रही है, वैसे दक्षिण भारत की गल हो रही है। दक्षिण भारत विच ग्रोथ ऑफ स्मॉल रीजनल किंगडम्स हुई सी रादर दैन लार्ज अंपायर्स। बड़े बड़े साम्राज्य नहीं सी। ਇਹਦਾ की कारण सी? सिंपल कह लीए, स्मॉल रीजनल किंगडम्स की ग्रोथ का की कारण सी? कित्थे? साउथ इंडिया विच। एबसेंस ऑफ मिनरल्स लाइक आयरन, ਇਹਦਾ कोई तुक नहीं बनती। टू मैनी डिविजन्स इन द सोशल स्ट्रक्चर, समाजिक ताने बाने अनुसार काफ़ी आपस डिवीजन सी। एक कारण हो सकता, एक कारण एक हो सकता, क्योंकि जिदा जिदा डिवीजन सी उदा उदा उन्होंने राज बना लिया। एबसेंस ऑफ वास्ट एरियाज ऑफ फर्टाइल लैंड, ये भी हो सकता। स्कैरसिटी ऑफ मैन पावर, ये नहीं। हुण गल आंदी इन्हां दोवां विच। आंसर है जी सी, क्योंकि उत्थे जे इन्ना वड्डा एरिया आ ते फर्टाइल लैंड घट सी, तां जिथे जिथे फर्टाइल लैंड सी उत्थे उत्थे उन्होंने अपना अपना राज स्थापित कर लिया। आंसर है जी सी।
फर्टाइल मतलब उपजाऊ। अगला आंसर देखते हैं, क्वेश्चन देखने हैं। द किंग वॉज फ्रीड फ्रॉम हिज पीपल एंड दे फ्रॉम देयर किंग। राजा आजाद हो गया जनता तो ते जनता आजाद हो गई राजे तो। ऑन हुज डेथ डिड बदौनी कमेंट दिस। बदौनी एक पोइट होया, विद्वान होया। ਕਹਿੰਦੇ ਵੀ ਕਿਹੜੇ ਰਾਜੇ ਦੀ ਡੈਥ ਤੇ ਬਦੌਨੀ ਨੇ ਇਹ ਗੱਲ ਕਹੀ ਕਿ ਰਾਜੇ ਨੂੰ ਵੀ ਆਜ਼ਾਦੀ ਮਿਲ ਗਈ ਜਨਤਾ ਤੋਂ ਤੇ ਜਨਤਾ ਨੂੰ ਵੀ ਆਜ਼ਾਦੀ ਮਿਲ ਗਈ ਰਾਜੇ ਤੋਂ। ਇਹ ਆਂਸਰ ਹੈ ਜੀ ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ, ਜਿਹੜਾ ਮੁਹੰਮਦ ਬਿਨ ਤੁਗਲਕ ਸੀ ਨਾ, ਉਸਨੇ ਕਈ ਵੱਡੇ ਵੱਡੇ ਐਕਸਪੈਰੀਮੈਂਟ ਕੀਤੇ। ਜਿਸ ਤਰ੍ਹਾਂ ਆਪਣੀ ਰਾਜਧਾਨੀ ਦਿੱਲੀ ਤੋਂ ਸ਼ਿਫਟ ਕਰਕੇ ਸਾਊਥ ਵੱਲ ਲੈ ਗਿਆ, ਪਰ ਗੱਲ ਨਹੀਂ ਬਣੀ, ਕਾਫੀ ਨੁਕਸਾਨ ਹੋਇਆ। ਫਿਰ ਉਸਨੇ ਸਿੱਕੇ ਜਾਰੀ ਕੀਤੇ, ਉਹ ਸਿੱਕੇ ਲੋਕਾਂ ਨੇ ਫੋਰਜਿੰਗ ਕਰਤੀ ਉਹਦੀ, ਮਤਲਬ ਉਹਨੂੰ ਡੁਪਲੀਕੇਟ ਸਿੱਕੇ ਬਣਾ ਲਏ ਉਹਦੇ, ਤੇ ਉਹ ਸਿੱਕਿਆਂ ਨਾਲ ਉਹਦੇ ਐਕਸਪੈਰੀਮੈਂਟ ਵੀ ਨਾ ਸਹੀ ਨਹੀਂ ਹੋਏ। ਤੇ ਕਹਿੰਦੇ ਉਹਨੇ ਇੱਦਾਂ ਦੇ ਐਕਸਪੈਰੀਮੈਂਟ ਕੀਤੇ ਕਿ ਉਹ ਸਹੀ ਨਹੀਂ ਹੋਏ। ਤਾਂ ਜਦੋਂ ਉਹਦੀ ਡੈਥ ਹੋਈ ਤਾਂ ਇਸ ਕਵੀ ਨੇ ਕਿਹਾ ਕਿ ਚੰਗਾ ਹੀ ਹੋਇਆ, ਰਾਜਾ ਆਜ਼ਾਦ ਹੋਇਆ। ਤੇ ਉਹ ਸੀ ਜੀ ਮੁਹੰਮਦ ਬਿਨ ਤੁਗਲਕ। ਪਰ ਤੁਸੀਂ ਇਹ ਗੱਲ ਯਾਦ ਰੱਖਣੀ ਹੈ, ਇਹਦਾ ਮਤਲਬ ਇਹ ਨਹੀਂ ਕਿ ਮੁਹੰਮਦ ਬਿਨ ਤੁਗਲਕ ਬੁਰਾ ਹੋ ਗਿਆ। ਉਹ ਇੱਕ ਬਾਦਸ਼ਾਹ ਸੀ, ਉਸਨੇ ਕੁਛ ਡਿਸੀਜ਼ਨ ਲਏ, ਔਰ ਡਿਸੀਜ਼ਨ ਕਈ ਵਾਰ ਸਾਰਥਕ ਵੀ ਹੋ ਜਾਂਦੇ ਆ ਤੇ ਕਈ ਵਾਰ ਸਿਰੇ ਨਹੀਂ ਚੜ੍ਹਦੇ। ਤੇ ਆਪਾਂ ਇੱਕ ਦੋ ਡਿਸੀਜ਼ਨ ਦੇ ਬੇਸ ਤੇ ਉਹਨੂੰ ਚੰਗਾ ਮਾੜਾ ਨਹੀਂ ਕਹਿ ਸਕਦੇ, ਸਾਨੂੰ ਉਹਦਾ ਓਵਰਆਲ ਐਡਮਿਨਿਸਟ੍ਰੇਸ਼ਨ ਦੇਖਣਾ ਪੈਂਦਾ ਆ। ਤੇ ਜਦੋਂ ਅਸੀਂ ਓਵਰਆਲ ਐਡਮਿਨਿਸਟ੍ਰੇਸ਼ਨ ਦੇਖਾਂਗੇ ਤਾਂ ਪਾਵਾਂਗੇ ਉਹਨੂੰ ਕਾਫੀ ਸੁਧਾਰ ਵੀ ਕੀਤੇ ਸੀ, ਐਗਰੀਕਲਚਰ 'ਚ ਸੁਧਾਰ ਕੀਤੇ ਸੀ, ਹੋਰ ਗੱਲਾਂ ਵਿੱਚ ਸੁਧਾਰ ਕੀਤੇ ਸੀ। ਠੀਕ ਹੈ ਜੀ, ਮੁਹੰਮਦ ਬਿਨ ਤੁਗਲਕ। ਅਗਲਾ ਪ੍ਰਸ਼ਨ ਜੀ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਆ ਕੁਝ ਸਟੇਟਮੈਂਟਸ ਆ। ਦ ਸਟਰਾਈਕਿੰਗ ਫੀਚਰ ਆਫ ਦ ਜਾਮਾ ਮਸਜਿਦ ਇਨ ਕਸ਼ਮੀਰ। ਕਸ਼ਮੀਰ ਵਿੱਚ ਕੀ ਹੈ? ਜਾਮਾ ਮਸਜਿਦ, ਉਹਦੀ ਗੱਲ ਹੋ ਰਹੀ ਹੈ। ਕੰਪਲੀਟਡ ਬਾਏ ਜੈਨ ਉਲ ਆਬਦੀਨ। ਜੈਨ ਉਲ ਆਬਦੀਨ ਨੇ ਇਸ ਨੂੰ ਬਣਾਇਆ ਸੀ। ਇਹਦੀਆਂ ਕੁਝ ਫੀਚਰਸ ਦਿੱਤੀਆਂ ਗਈਆਂ ਜੀ। ਇਹਦੇ ਵਿੱਚ ਟੁਰਟ ਹੁੰਦੀ ਹੈ ਜੀ, ਟੁਰਟ ਹੁੰਦੀ ਹੈ ਜੀ ਪਤਲੀ ਜਿਹੀ ਨਾ, ਉਹ ਖੰਭਾ ਜਿਹਾ ਕਹਿ ਲਓ, ਖੰਭਾ ਕਹਿ ਲਓ ਜਾਂ ਆਪਾਂ ਕਹਿ ਲਈਏ ਪਿੱਲਰ ਕਹਿ ਲਓ, ਪਿੱਲਰ। ਠੀਕ ਹੈ ਜੀ, ਕਹਿੰਦਾ ਟੁਰਟ ਸੀ। ਮੀਨਾਰ, ਮੀਨਾਰ ਕਹਿ ਲਓ, ਮੀਨਾਰ, ਮੀਨਾਰਾਂ ਸੀ, ਮੀਨਾਰ ਸੀ ਇਹਦੇ ਵਿੱਚ। ਹਾਂਜੀ ਸਹੀ ਸੀ। ਸਿਮਿਲੈਰਿਟੀ ਵਿਦ ਬੁੱਧਿਸਟ ਪਗੋਡਾਸ। ਜਿਹੜੇ ਬੋਧੀਆਂ ਦੇ ਮੱਠ ਹੁੰਦੇ ਆ ਨਾ, ਉਹਦੇ ਸੈਂਟਰਲ ਵਿੱਚ ਜਿਸ ਤਰ੍ਹਾਂ ਸਾਡੇ ਗੁੰਬਦ ਹੁੰਦਾ ਗੁਰਦੁਆਰੇ, ਮੰਦਿਰ ਵਿੱਚ ਵੀ ਇੱਕ ਉੱਪਰ ਨੂੰ ਉਹ ਤਿੱਖਾ ਜਿਹਾ ਗੁੰਬਦ ਹੁੰਦਾ ਮੰਦਿਰ 'ਚ। ਇਹਨਾਂ ਦੇ ਵੀ ਨਾ ਇੱਕ ਹੁੰਦਾ ਸਟੋਰੀ, ਸਟੋਰੀ ਮਤਲਬ 1 ਮੰਜ਼ਿਲ 2 ਮੰਜ਼ਿਲ 3 ਮੰਜ਼ਿਲ ਇੱਦਾਂ ਦਾ ਨਾ ਹੁੰਦਾ ਆ ਮੇਨ ਸ਼ਰਾਈਨ ਦੇ ਉੱਤੇ, ਜੋ ਵੀ ਇਹਨਾਂ ਦੀ ਜਗ੍ਹਾ ਆ, ਉਹਨੂੰ ਕਹਿੰਦੇ ਪਗੋੜਾ। ਪਗੋੜਾ ਹੁੰਦਾ ਸ਼ਿਵਾਲਿਆ, ਬੇਸਿਕਲੀ ਮੰਦਿਰ ਨੂੰ ਪਗੋੜਾ ਕਹਿ ਦਿੰਦੇ ਆ। ਤੇ ਕਹਿ ਦਈਏ ਕਿ ਬੋਧੀ ਮੰਦਰਾਂ ਵਾਂਗੂ, ਬੋਧੀ ਮੱਠਾਂ ਵਾਂਗੂ ਇਹਦੇ ਵਿੱਚ ਕਾਫੀ ਸਮਾਨਤਾ ਸੀ। ਠੀਕ ਹੈ ਜੀ, ਤਾਂ ਇਹਦੇ ਵਿੱਚ ਫਾਰਸੀ ਸਟਾਈਲ ਦੇ ਐਲੀਮੈਂਟ ਵੀ ਹੈ। ਠੀਕ ਹੈ ਜੀ, ਇਹ ਤਿੰਨੇ ਸਟੇਟਮੈਂਟਾਂ ਸਹੀ ਆ। ਇਹ ਇਸ ਤਰ੍ਹਾਂ ਦੀ ਮਸਜਿਦ ਆ, ਇਹਦੇ ਵਿੱਚ ਮੀਨਾਰ ਵੀ ਆ, ਬੋਧੀਆਂ ਦੇ ਮੱਠਾਂ ਵਰਗੀ ਸਮਾਨਤਾਵਾਂ ਵੀ ਆ, ਤੇ ਫਾਰਸੀ ਸਟਾਈਲ ਵੀ ਆ। ਫੋਟੋ ਦੇਖ ਲੈਂਦੇ ਆਪਾਂ ਜੀ, ਆਹ ਦੇਖੋ, ਆਹ ਇੱਕ ਆਹ ਉੱਤੇ ਮੀਨਾਰ ਜਿਹੀ ਆ, ਆਹ ਸਟਾਈਲ ਦੇਖੋ, ਇੱਦਾਂ ਲੱਗਦਾ ਜਿੱਦਾਂ ਬੋਧੀਆਂ ਦਾ ਹੋਊਗਾ। ਦੇਖਣ ਨੂੰ ਇਹ ਮਸਜਿਦ ਨਹੀਂ ਲੱਗਦੀ, ਇੱਦਾਂ ਲੱਗਦਾ ਕਿ ਬੋਧੀਆਂ ਦਾ ਕੋਈ ਮੱਠ ਆ। ਤੇ ਬਾਕੀ ਇਹਦੇ ਹੋਰ ਸਟਾਈਲ ਵਗੈਰਾ ਵੀ ਫਾਰਸੀ ਦੇ ਨਾਲ, ਫਾਰਸੀ ਜਿਹੜੇ ਸਟਾਈਲ ਅਪਣਾਏ ਗਏ ਇਹਨੂੰ ਬਣਾਉਣ ਲਈ, ਇਹ ਗੱਲਾਂ ਠੀਕ ਆ ਸਾਰੀਆਂ। ਅੱਗੇ ਦੇਖਦੇ ਜੀ, ਵਿਚ ਵਨ ਆਫ ਦ ਫੋਲੋਇੰਗ ਪੇਅਰਸ ਇਜ਼ ਨੋਟ ਕਰੈਕਟਲੀ ਮੈਚਡ। ਕਿਹੜਾ ਕਰੈਕਟਲੀ ਮੈਚ ਨਹੀਂ ਆ? ਨੋਟ, ਨੋਟ ਆਪਾਂ ਦੇਖ ਲੈਂਦੇ ਜੀ। ਜਹਾਂਗੀਰ। ਇਹ ਪ੍ਰਸ਼ਨ ਆਉਂਦਾ ਜੇ ਕਿ ਅੰਗਰੇਜ਼ ਜਦੋਂ ਭਾਰਤ ਆਏ, ਅੰਗਰੇਜ਼ਾਂ ਦਾ ਕਿਹੜਾ ਬੰਦਾ ਭਾਰਤ ਆਇਆ ਸੀ ਵਪਾਰ ਕਰਨ ਲਈ, ਤੇ ਉਹ ਕਿਹੜੇ ਦਰਬਾਰ ਵਿੱਚ ਆਇਆ ਸੀ? ਉਸ ਵੇਲੇ ਭਾਰਤ ਦਾ ਰਾਜਾ ਕੌਣ ਸੀ, ਬਾਦਸ਼ਾਹ ਕੌਣ ਸੀ? ਉਸ ਵੇਲੇ ਭਾਰਤ ਦਾ ਰਾਜਾ ਸੀ, ਬਾਦਸ਼ਾਹ ਸੀ ਜਹਾਂਗੀਰ। ਹੁਣ ਅੰਗਰੇਜ਼ੀ ਭਾਰਤ ਨਾਲ ਵਪਾਰ ਕਰਨਾ ਚਾਹੁੰਦੇ ਸੀ, ਉਹਨਾਂ ਨੇ ਆਪਣਾ ਬੰਦਾ ਭੇਜਿਆ ਜੀ ਵਿਲੀਅਮ ਹੌਕਿੰਸ, ਆਇਆ ਸੀ ਜਹਾਂਗੀਰ ਦੇ ਦਰਬਾਰ ਵਿੱਚ। ਪਰ ਜਹਾਂਗੀਰ ਨੇ ਇਹਨੂੰ ਪਰਮਿਸ਼ਨ ਨਹੀਂ ਦਿੱਤੀ ਵਪਾਰ ਕਰਨ ਦੀ। ਤਾਂ ਇਸ ਤੋਂ 2-3 ਸਾਲਾਂ ਬਾਅਦ ਆਇਆ ਸੀ ਜੀ ਥੋਮਸ ਰੋ। ਇਹ ਯਾਦ ਰੱਖਣੀ, ਥੋਮਸ ਰੋ 2 ਸਾਲਾਂ ਬਾਅਦ ਆਇਆ ਸੀ, 2-3 ਸਾਲਾਂ ਬਾਅਦ। ਤੇ ਜਹਾਂਗੀਰ ਨੇ ਫਿਰ ਥੋਮਸ ਰੋ ਨੂੰ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਯਾਦ ਰੱਖਿਓ, ਵਿਲੀਅਮ ਹੌਕਿੰਸ ਨੂੰ ਨਹੀਂ ਦਿੱਤੀ, 2-3 ਸਾਲਾਂ ਬਾਅਦ ਥੋਮਸ ਰੋ ਆਇਆ, ਉਹਨੂੰ ਇਜਾਜ਼ਤ ਦੇ ਦਿੱਤੀ ਸੀ। ਇਹਦਾ ਮਤਲਬ ਥੋਮਸ ਰੋ ਕਿਹਦੇ ਰਾਜ ਵਿੱਚ ਆਇਆ? ਜਹਾਂਗੀਰ ਦੇ ਰਾਜ ਵਿੱਚ, ਅਕਬਰ ਦੇ ਰਾਜ ਵਿੱਚ ਨਹੀਂ ਆਇਆ। ਤਾਂ ਅਸੀਂ ਲੱਭਣਾ ਕਿਹੜਾ ਗਲਤ ਆ, ਨੋਟ ਕਰੈਕਟਲੀ ਮੈਚ, ਤਾਂ ਆਨਸਰ ਹੈ ਜੀ ਬੀ। ਬਾਕੀ ਟ੍ਰੈਵਰਨੀਅਰ, ਇਹ ਸ਼ਾਹਜਹਾਂ ਦੇ ਰਾਜ ਵਿੱਚ ਸੀ, ਹੈ ਨਾ, ਸ਼ਾਹਜਹਾਂ, ਔਰੰਗਜ਼ੇਬ, ਤੇ ਮਨੁੱਕੀ ਔਰੰਗਜ਼ੇਬ ਦੇ ਰਾਜ ਵਿੱਚ ਸੀਗਾ।
Sir Thomas Roe also visited the court of Jahangir. He was an ambassador of James I, King of England. ਇੰਗਲੈਂਡ ਵੱਲੋਂ ਰਾਜਦੂਤ ਸੀ ਥੋਮਸ ਰੋ, ਉਹ ਵੀ ਆਇਆ ਸੀ ਜੀ ਜਹਾਂਗੀਰ ਦੇ ਰਾਜ ਵਿੱਚ। Tavernier's account covers the reign of ਸ਼ਾਹਜਹਾਂ ਐਂਡ ਔਰੰਗਜ਼ੇਬ। ਤਵਰਨੀਅਰ ਨੇ ਆਪਣੇ ਜੋ ਬਿਆਨ ਵਿੱਚ ਜੋ ਗੱਲਾਂ ਕਹੀਆਂ ਉਸਨੇ ਸ਼ਾਹਜਹਾਂ ਤੇ ਔਰੰਗਜ਼ੇਬ ਦੇ ਰਾਜ ਬਾਰੇ ਜਾਣਕਾਰੀ ਦਿੱਤੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।